ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ। ਮਾਝ ਮਹੱਲਾ ਪੰਜਵਾਂ। ਪਾਰ ਬ੍ਰਹਮ ਪ੍ਰਭ ਮੇਘ ਪਠਾਇਆ, ਜਲ ਥਲ ਮਈਅਲ ਦੈ ਦਿਸ ਵਰਸਾਇਆ। ਸ਼ਾਂਤ ਭਈ ਬੂਝੀ ਸਭ ਤ੍ਰਿਸ਼ਨਾ, ਆਨੰਦ ਭਇਆ ਸਭ ਠਾਈ ਜੀਓ। ਸੁਖ ਦਾਤਾ ਦੁਖ ਭੰਜਨ ਹਾਰਾ, ਆਪੇ ਬਖਸ਼ ਕਰੇ ਜੀ ਸਾਰਾ। ਆਪਣੇ ਕੀਤੇ ਨੋ ਆਪ ਪ੍ਰਿਤ ਪਾਲੇ, ਪਈ ਪੈਰੀ ਤਿਸੇ ਮਨਾਈ ਜੀਓ। ਜਾ ਕੀ ਸਰਨ ਪਿਆ ਗਤ ਪਾਈਐ, ਸਾਸ ਸਾਸ ਹਰ ਨਾਮ ਧਿਆਈਐ। ਤਿਸ ਬਿਨ ਹੋਰ ਨ ਦੂਜਾ ਠਾਕੁਰ, ਸਭ ਤਿਸੇ ਕਿਆ ਜਾਈ ਜੀਓ। ਤੇਰਾ ਮਾਣ ਤਾਣ ਪ੍ਰਭ ਤੇਰਾ, ਤੂੰ ਸੱਚਾ ਸਹਿਬ ਗੁਣੀ ਗਹਿਰਾ। ਨਾਨਕ ਦਾਸ ਕਹੇ ਬੇਨੰਤੀ, ਆਠ ਪੈਰ ਤੁਧ ਧਿਆਈ ਜੀਓ। ਤੇਰਾ ਮਾਣ ਤਾਣ ਪ੍ਰਭ ਤੇਰਾ, ਤੂੰ ਸੱਚਾ ਸਹਿਬ ਗੁਣੀ ਗਹਿਰਾ। ਨਾਨਕ ਦਾਸ ਕਹੇ ਬੇਨੰਤੀ, ਆਠ ਪੈਰ ਤੁਧ ਧਿਆਈ ਜੀਓ। ਗੁਰੂ ਜੀ ਕਹਿੰਦੇ ਹਨ ਕਿ ਪਰਮਾਤਮਾ ਨੇ ਨਾਮ ਰੂਪ ਬੱਦਲ ਇਸ ਸੰਸਾਰ ਵਿੱਚ ਭੇਜਿਆ ਹੈ ਅਤੇ ਉਸ ਨਾਲ ਮੀਂਹ ਪੈ ਗਏ ਹਨ ਜੀ। ਉਸ ਨਾਲ ਫਿਰ ਸਾਰੇ ਪਾਸੇ ਸਾਰੀਆਂ ਦਿਸ਼ਾਵਾਂ, 10 ਦਿਸ਼ਾਵਾਂ ਅਤੇ ਪੁਲਾੜ ਜਲ ਹੀ ਭਰ ਗਏ ਹਨ ਜੀ। ਤੇ ਪਾਣੀ ਵਿੱਚ ਉਹ ਬਿਲਕੁਲ ਤ੍ਰਿਪਤ ਹੋ ਗਏ ਹਨ ਜੀ। ਇਸੇ ਤਰ੍ਹਾਂ ਨਾਮ ਰੂਪ ਮੀਂਹ ਪੈਣ ਨਾਲ ਸਾਰੀ ਖਲਕਤ ਸ਼ਾਂਤ ਹੋ ਜਾਂਦੀ ਹੈ ਜੀ। ਸਭ ਦੇ ਹਿਰਦਿਆਂ ਵਿੱਚ ਆਤਮਕ ਆਨੰਦ ਪੈਦਾ ਹੋ ਜਾਂਦਾ ਹੈ ਜੀ। ਉਹ ਫਿਰ ਉਹਨਾਂ ਦੀਆਂ ਸਾਰੀਆਂ ਤ੍ਰਿਸ਼ਨਾਵਾਂ ਖਤਮ ਹੋ ਜਾਂਦੀਆਂ ਹਨ ਜੀ ਅਤੇ ਆਨੰਦਮਈ ਦਾ ਸਮੇਂ ਦਾ ਪ੍ਰਭਾਵ ਬਣਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਸਭ ਜੀਵਾਂ ਨੂੰ ਸੁੱਖ ਦੇਣ ਵਾਲਾ, ਸਭ ਦੇ ਦੁੱਖ ਦੂਰ ਕਰਨ ਵਾਲਾ ਉਹ ਇੱਕ ਪਰਮੇਸ਼ਰ ਪਰਮਾਤਮਾ ਹੀ ਹੈ ਜੀ। ਆਪ ਹੀ ਆਪਣੀ ਬਖਸ਼ਿਸ਼ ਕਰਕੇ ਸਭ ਜੀਵਾਂ ਦੀ ਸੰਭਾਲ ਕਰਦਾ ਹੈ ਜੀ। ਪਰਮਾਤਮਾ ਆਪਣੇ ਪੈਦਾ ਕੀਤੇ ਸੰਸਾਰ ਦੀ ਆਪ ਹੀ ਪਾਲਣਾ ਕਰਦਾ ਹੈ ਜੀ। ਮੈਂ ਉਸ ਦੇ ਚਰਨਾਂ 'ਤੇ ਢਹਿ ਕੇ ਉਸ ਨੂੰ ਪ੍ਰਸੰਨ ਕਰਨ ਦਾ ਯਤਨ ਕਰਦਾ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਹੇ ਭਾਈ, ਜਿਸ ਪਰਮਾਤਮਾ ਦਾ ਆਸਰਾ ਲਿਆ, ਉੱਚੀ ਆਤਮਕ ਅਵਸਥਾ ਪ੍ਰਾਪਤ ਹੁੰਦੀ ਹੈ। ਉਸ ਹਰੀ ਦਾ ਨਾਮ ਸਵਾਸ ਸਵਾਸ ਹਰ ਸਮੇਂ ਧਿਆਉਣਾ ਚਾਹੀਦਾ ਹੈ ਜੀ। ਉਸ ਪਰਮਾਤਮਾ ਤੋਂ ਬਿਨਾਂ ਉਸ ਵਰਗਾ ਹੋਰ ਕੋਈ ਦੂਜਾ ਪਾਲਣਹਾਰਾ ਠਾਕਰ ਨਹੀਂ ਹੈ ਜੀ। ਸਾਰੀਆਂ ਥਾਵਾਂ, ਸਭ ਜੀਵਾਂ ਵਿੱਚ ਉਹ ਆਪ ਹੀ ਵਿਸਰ ਰਿਹਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਹੇ ਪਰਮਾਤਮਾ, ਮੈਨੂੰ ਤੇਰਾ ਹੀ ਮਾਣ ਹੈ, ਤੇਰਾ ਹੀ ਤਾਨ ਹੈ ਜੀ। ਤੂੰ ਸਦਾ ਕਾਇਮ ਰਹਿਣ ਵਾਲਾ ਮੇਰਾ ਸੱਚਾ ਸਾਹਿਬ ਹੈ ਅਤੇ ਸਾਰੇ ਗੁਣਾਂ ਦਾ ਡੂੰਘਾ ਸਮੁੰਦਰ ਹੈ ਜੀ। ਹੇ ਪਰਮਾਤਮਾ, ਤੇਰਾ ਦਾਸ ਨਾਨਕ
ਤੇਰੇ ਅੱਗੇ ਬੇਨਤੀ ਕਰਦਾ ਹੈ ਕਿ ਮੇਰੇ ਉੱਤੇ ਵੀ ਮਿਹਰ ਕਰੋ ਜੀ, ਕਿ ਮੈਂ ਅੱਠੇ ਪੈਰ ਤੈਨੂੰ ਯਾਦ ਕਰਦਾ ਰਹਾਂ ਜੀ। ਭਾਵ ਹਰ ਵੇਲੇ ਤੇਰਾ ਨਾਮ ਸਿਮਰਦਾ ਰਹਾਂ ਜੀ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਕਈ ਜੀਵ ਮਾਇਆਵੀ ਪਦਾਰਥਾਂ ਨਾਲ ਤ੍ਰਿਪਤ ਹੋ ਕੇ ਸੁੱਖ ਪਾਉਂਦੇ ਹਨ, ਪਰ ਸੱਚਾ ਸੁੱਖ ਨਾਮ ਅਥਵਾ ਭਗਤੀ ਰੂਪ ਮੀਂਹ ਵਸਣ ਨਾਲ ਹੀ ਪ੍ਰਾਪਤ ਹੋ ਸਕਦਾ ਹੈ। ਕਈ ਵੇਲੇ ਸੰਗਤਾਂ ਵੱਲੋਂ ਬੇਨਤੀ ਕਰਨ ਤੇ ਸਤਿਗੁਰਾਂ ਨੇ ਪਰਮੇਸ਼ਰ ਅੱਗੇ ਅਰਦਾਸ ਕੀਤੀ ਹੋਵੇ, ਪਰ ਸ਼ਬਦ ਦੀਆਂ ਬਾਕੀ ਪੰਕਤੀਆਂ ਤੋਂ ਪਰਮਾਤਮਾ ਦੀ ਕਿਰਪਾ ਤੇ ਪਾਰਮਰਥ ਪੱਖ ਹੀ ਪ੍ਰਤੱਖ ਰੂਪ ਵਿੱਚ ਦਿਖਾਈ ਦੇ ਰਿਹਾ ਹੈ ਜੀ। ਸਾਰ ਇਹ ਹੈ ਕਿ ਜਿਸ ਤਰ੍ਹਾਂ ਮੀਂਹ ਹਰ ਥਾਂ ਤੇ ਬਿਨਾਂ ਵਿਤਕਰੇ, ਬਿਨਾਂ ਊਚ ਨੀਚ ਤੇ ਵਸਦਾ ਹੈ, ਉਸੇ ਤਰ੍ਹਾਂ ਪਰਮਾਤਮਾ ਦਾ ਮੇਘ ਸਤਿਗੁਰ ਉੱਤਮ ਮੱਧਮ ਅਤੇ ਹਰ ਪ੍ਰਕਾਰ ਦੇ ਅਧਿਕਾਰੀਆਂ ਨੂੰ ਅੰਮ੍ਰਿਤਮਈ ਉਪਦੇਸ਼ ਰਾਹੀਂ ਰੁਝਾਉਂਦਾ ਰਹਿੰਦਾ ਹੈ ਜੀ। ਭਾਵ ਉਹਨਾਂ ਨੂੰ ਤ੍ਰਿਪਤ ਕਰਦਾ ਹੈ ਜੀ। ਗੁਰੂ ਜੀ ਸਾਨੂੰ ਦੱਸਦੇ ਹਨ ਕਿ ਜਿਸ ਤਰ੍ਹਾਂ ਮੀਂਹ ਪੈਣ ਨਾਲ ਧਰਤੀ ਉਪਜਾਈ ਹੁੰਦੀ ਹੈ, ਉਸੇ ਤਰ੍ਹਾਂ ਨਾਮ ਰੂਪ ਮੀਂਹ ਵਸਣ ਨਾਲ ਸਾਡਾ ਜੀਵਨ ਆਨੰਦਿਤ ਹੋ ਸਕਦਾ ਹੈ। ਭਾਵ ਪਰਮਾਤਮਾ ਦੀ ਕਿਰਪਾ ਮਿਹਰ ਨਾਲ ਮੀਂਹ ਪੈਣ ਵਾਂਗਰ ਹੀ ਹੈ ਜੀ। ਜੇ ਅਸੀਂ ਗੁਰਬਾਣੀ ਦੇ ਦੱਸੇ ਰਸਤੇ ਤੇ ਚੱਲੀਏ ਤੇ ਪਰਮਾਤਮਾ ਬਹੁਤ ਦਿਆਲੂ ਹੈ ਜੀ। ਉਹ ਸਾਰੇ ਜੀਵਾਂ ਤੇ ਮਿਹਰ ਕਰਦਾ ਹੈ ਜੀ। ਉਸ ਦੇ ਸਿਵਾ ਹੋਰ ਕੋਈ ਪਰਮ ਸਤਾ ਨਹੀਂ ਹੈ ਜੀ। ਇਸ ਲਈ ਸਾਨੂੰ ਗੁਰਬਾਣੀ ਦੇ ਦੱਸੇ ਰਸਤੇ ਤੇ ਚੱਲ ਕੇ ਗੁਰਮੁਖ ਦੀ ਜ਼ਿੰਦਗੀ ਬਤੀਤ ਕਰਨੀ ਚਾਹੀਦੀ ਹੈ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।